ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਮਲ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੇਰੀ ਸਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਆਸਾੜੀ ਜੀਓ ਸੁਖਾਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਿਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ ਆਪੇ ਹੀਰਾ ਨਿਰਮਲਾ आपे रंग मजीठा आपे मोती उजलो आपे भगत बसीठा गुर कै शब्द सलाहना घाट घाट डीठ आडीठ आपे हीरा निर्मला आपे रंग मजीठा आपे मोती उजलो आपे भगत बसीठा। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चावर तख्त छतर दे मालक दसवां पातशाहियां दी जोत समरथ परतख हाजिर नाजिर सतगुरु वालिए दो जहां हल्क पंथ दे रखियक धन धन साहिब सतगुरु आद श्री गुरु ग्रंथ साहिब जी महाराज। ऐसे दीन दयाल परोपकारी करना निधान कृपा दी खान सतगुरु पातशाह महाराज जी दी अपने अपार कृपा रहमत बख्शिश का सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशा फरशा दे मालिक नीले दे शाहे असवार देख देख दे धनी मर्द अगमणे धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाजरियां भरदियां यात्रा करदियां साहिबां जी दी महान गुर संगत पंगत दा लाहा ले रहे गुरु सवारे गुरु पातशाह जी दी साजी निवाजी गुरु रूप गुरु खालसा गुरु संगत जीओ आप जी धनता दे जोग वडभागे हो जिन्हां ते साहिबां ने कृपा कीती। गुरु कृपा द्वारा साहिबां दे बख्शे होए उदम उपराले प्रेरणा करके साहिबां जी दे महान पावन स्थान ते हाजरियां भरदियां सतगुरु पातशाह नूं नतमस्तक हो के साहिबां जी दी पावन पवित्र बारगाह पवित्र संगत दे अंदर सच करके साहिबां जी दी इलाही दरगाही अमृत बाणी नूं सरवण करन दा सुभाग प्राप्त करके जीवन दियां घड़ियां नूं समय सवासां नूं सफलिया कीता है। साहिबां जी दे महान पावन स्थान ते लड़ीवार धुर की बाणी इलाही दरगाही बाणी दी विचार चल रही है। पहले पातशाह जगत गुरु श्री गुरु नानक देव सह सच्चे पातशाह महाराज जी दे पावन पवित्र मुख मंडल अमृत रसना तो उचारण किया होया श्री राग राग के अंदर अष्टपदियां के स्वरूप के विच ये पावन पवित्र तीजा शब्द है जिसकी दूजी पौड़ी का मूल पाठ आप जी ने सरवण किया है। इस पावन पवित्र उपदेश शब्द के अंदर
ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਰਤੇ ਦੀਆਂ ਸਿਫਤਾਂ ਕਰਦਿਆਂ ਹੋਇਆਂ, ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਮਹਿਮਾ ਗਾਇਨ ਕਰਦਿਆਂ ਹੋਇਆਂ ਸਾਨੂੰ ਪ੍ਰੇਰਨਾ ਬਖਸ਼ਿਸ਼ ਕੀਤੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੇਕਰ ਤੁਸੀਂ ਸਦੀਵੀ ਸਾਂਝ ਕਾਇਮ ਕਰਨੀ ਚਾਹੁੰਦੇ ਹੋ ਤਾਂ ਉਹਦੇ ਅੱਗੇ ਅਰਦਾਸ ਬੇਨਤੀ ਜੋਦੜੀ ਇਸ ਢੰਗ ਤਰੀਕੇ ਦੁਆਰਾ ਕਰੋ। ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਨਾਮ ਦੀ ਮੰਗ ਕੀਤੀ ਹੈ, ਉੱਚੇ ਤੇ ਸੁੱਚੇ ਜੀਵਨ ਦੇ ਆਚਾਰ ਕਰਤੱਵ ਦੀ ਮੰਗ ਮੰਗੀ ਹੈ। ਕਿਉਂਕਿ ਜੀਵਨ ਦੇ ਵਿੱਚ ਜੇਕਰ ਸਰਬੋਤਮ ਹੈ, ਸੱਚੋ ਓਰੈ ਸਭ ਕੋ ਉਪਰ ਸੱਚ ਆਚਾਰ। ਸੱਚ ਆਚਾਰ ਹੋਣਾ, ਆਚਰਨ ਹੋਣਾ, ਉੱਚਾ ਸੁੱਚਾ ਜੀਵਨ ਹੋਣਾ ਜੀਵਨ ਦੇ ਅੰਦਰ ਬਹੁਤ ਭਾਰੀ ਮਹਾਨਤਾ ਮਹਿਮਾ ਰੱਖਦਾ। ਸਾਹਿਬਾਂ ਨੇ ਨਾਮ ਜਪ ਨੂੰ ਹੀ ਸਭ ਤੋਂ ਉੱਚਾ ਆਚਰਨ ਆਚਾਰ ਮੰਨਿਆ ਹੈ। ਇਸ ਤੋਂ ਉੱਪਰ ਹੋਰ ਕੋਈ ਕਰਨੀ ਨਹੀਂ ਹੋ ਸਕਦੀ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਹੀ ਜੀਵਨ ਦੇ ਅੰਦਰ ਸਭ ਤੋਂ ਉੱਚਾ ਸੁੱਚਾ ਆਚਾਰ ਹੈ। ਇਹ ਰਹਾਉ ਵਾਲਾ ਬੰਦ ਹੈ ਇਸ ਪਾਵਨ ਪਵਿੱਤਰ ਸ਼ਬਦ ਦਾ। ਅੱਗੇ ਇਸਦੀ ਵਿਆਖਿਆ ਕੀਤੀ ਹੈ ਬਾਕੀ ਬੰਦਾਂ ਦੇ ਅੰਦਰ, ਬਾਕੀ ਪੰਕਤੀਆਂ ਦੇ ਅੰਦਰ ਬੜੀ ਹੀ ਭਾਵਪੂਰਤ ਵਿਆਖਿਆ ਤੇ ਵਿਸਤਾਰ ਸਾਹਿਬਾਂ ਨੇ ਇਸ ਪਾਵਨ ਸ਼ਬਦ ਦਾ ਕੀਤਾ ਹੈ। ਸੋ ਜਿਵੇਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਕਲਯੁਗੀ ਜੀਵਾਂ ਦੇ ਭਲੇ ਹੇਤ ਸਮੁੱਚੀ ਮਨੁੱਖਤਾ ਸਮੂਹ ਮਾਨਵਤਾ ਦੀ ਕਲਿਆਣ ਕਰਨ ਵਾਲਾ ਸਰਬ ਸਾਂਝਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਸਾਡੇ ਤੇ ਰਹਿਮਤ ਕਰ ਰਹੇ ਹਨ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਹਿਬਾਂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਈਏ। ਸਾਰੇ ਜਪੀਏ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਾਉ ਵਾਲੇ ਬੰਦ ਤੋਂ ਅੱਗੇ ਪਾਵਨ ਪਵਿੱਤਰ ਉਪਦੇਸ਼ ਫਰਮਾ ਰਹੇ ਹਨ। ਪਹਿਲੀ ਪੰਕਤੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਵਡਿਆਈ ਜਸ ਕੀਰਤੀ ਗਾਇਨ ਕਰਦਿਆਂ ਹੋਇਆ ਸਾਨੂੰ ਮਾਲਕ ਦੀ ਕੀਰਤੀ ਨਾਲ ਜੋੜ ਰਹੇ ਹਨ। ਆਪੇ ਹੀਰਾ ਨਿਰਮਲਾ ਅਕਾਲ ਪੁਰਖ ਵਾਹਿਗੁਰੂ ਕੈਸੀ ਹਸਤੀ ਹੈ। ਪਾਵਨ ਬਾਣੀ ਦੇ ਅੰਦਰ ਗੁਰੂ ਪਰਮੇਸ਼ਰ ਵਾਸਤੇ ਸਰਬ ਸ਼ਕਤੀਮਾਨ ਵਾਸਤੇ ਔਰ ਉਸਦੇ ਨਾਮ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੀਰਾ ਸ਼ਬਦ ਵਰਤਿਆ। ਇਸ ਤੋਂ ਇਲਾਵਾ ਗੁਰੂ ਦੇ ਸ਼ਬਦ ਉਪਦੇਸ਼ ਸਿੱਖਿਆ ਵਾਸਤੇ ਵੀ ਹੀਰਾ ਰਤਨ ਲਾਲ ਅਮੋਲ ਸ਼ਬਦ ਆਇਆ ਹੈ। ਮਨੁੱਖੀ ਜੀਵਨ ਵਾਸਤੇ ਵੀ ਸਾਹਿਬਾਂ ਨੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿ ਕਰਕੇ ਮਨੁੱਖੀ ਜਨਮ ਦੀ ਮਹਾਨਤਾ ਦਰਸਾਈ ਹੈ। ਅੱਤ ਦੀ ਪਵਿੱਤਰਤਾ ਨਿਰਮਲਤਾਈ ਵਾਸਤੇ ਵੀ ਸਾਹਿਬਾਂ ਨੇ ਇਸ ਪਾਵਨ
शब्द का वार वार बाणी के अंदर प्रयोग किया है। हीरा आम बाहरी तौर पर लिखिए तो एक पत्थर ही है, पर हीरे को कभी पत्थर नहीं किया जाता, क्योंकि उसने अपने आप को तराश करके तरवाश करके दुख झल के मुसीबत विचों गुजर करके वो चमक वो दमक हासिल की है जिहड़ी किसी तो उधारी लई हुई नहीं। हीरा किसी का प्रभाव कभी ग्रहण नहीं करता, सगों अपना प्रभाव अपनी छाप सारिਆਂ ਦੇ ਉੱਪਰ ਛੱਡਦਾ है। इसे तरह ही अकाल पुरख वाहिगुरू वो हीरा, उसका नाम हीरा है, जिहड़ा परमात्मा संसार के जरे जरे विच व्यापक होंदा होया भी निर्लेप है, किसी तरह की लपाए मानता तो रहता है। अत की पवित्रता रखने वाला है, जिहड़ा उसका नाम जप सिमरन करता उसके जीवन के अंदर अत्यंत ही पवित्रताई निर्मलताई स्वच्छताई प्राप्त हो जाती है। बाबा कबीर साहब जी के दो शब्द दो श्लोक आप इस पंक्ति के संबंध में विचारना करते हाँ कि उन्होंने नजरिया की है। साहिब गुरु नानक देव पातशाह कह रहे हैं आपे हीरा निर्मला। अकाल पुरख वाहिगुरू आपे ही वो हीरा है जिहड़ा निर्मल हीरा है, हीरे विच मैल नहीं ठहर सकती, हीरा शुद्ध हुंदा ते पवित्र हुंदा है। अकाल पुरख वाहिगुरू परमेश्वर जी और उसका नाम वो हीरा है। साहब कहते जिस दे अंदर किसी प्रकार की कोई मलीनताई नहीं है, मैल नहीं, मैल होंदी है अवगुणां दी, गुनाहां दी, ऐबां दी, दोषां दी, घाटां दी, बुराइयां दी, बदियां दी। ते अकाल पुरख वाहिगुरू के नेड़े ये चीज़ां जा ही नहीं सकदियां, जिवें प्रकाश के नेड़े हनेरा नहीं ना जा सकता, इसी तरह गुरु परमात्मा के पास से अवगुण बिल्कुल नहीं है। इस वास्ते वो निर्मला हीरा शुद्ध हीरा है, जिहड़ा उसकी शरण चलिया जाए उसके प्रकाश के विच पहुँच जाए, उन्होंने भी अज्ञानता का अविद्या का हनेरा प्रभावित नहीं करता। दुनिया की अवगुणों की मलीनताई उसनों अपने विच खचित करके मैला नहीं करती। सो सतगुरु पातशाह जी के इस बचन की व्याख्या बाबा कबीर साहब जी करते हैं। कबीर हर हीरा जन जौहरी। अकाल पुरख वाहिगुरू हीरा है ते जन का अर्थ है सतगुरु, सतगुरु का सिख ज्ञान अधिकारी, जिसनों ये दिव्य नेत्र प्राप्त हो चुके हैं कि अकाल पुरख वाहिगुरू ते उहदा नाम असली हीरा है। हर हीरा जन जौहरी दे कै मांडै हाट। हाट कहते हट्टी नूं, हट्टी कहती हिरदा रूपी हट्टी। मांडे का अर्थ सजाउणा खबाउणा सोहना बनाउणा। हर हीरा जन जौहरी, हरि अकाल पुरख वाहिगुरू हीरा है ते ओहदा जिहड़ा जान सेवक है ना, भावें भगत स्वरूप विच, भावें सतगुरु स्वरूप विच है, भावें अधिकारी जिग्यासू स्वरूप विच है, वो आप जौहरी की न्यायी परख करने वाला है। क्योंकि जौहरी नूं ही हीरे की, लाल की, रतन की, लहसन की, पन्ने की, पुखराज की परख होया करती है। जो परख जौहरी नूं है वो सुनियार नूं नहीं है, जो परख सुनियार नूं लोहार नूं नहीं है, जो परख लोहार नूं है वो आम व्यक्ति नूं नहीं है। ते बाबा कबीर साहब जी कहते ने जब ही पाइए पारखू तब हीरन की साठ। इस हीरे का विचार वटांदरा कदों हुंदा है? जदों कोई पारखू प्राप्त हो जाए, जौहरी वाली दृष्टि रखता हो, उदों ही उस नाम हीरे का विचार वटांदरा उसदे नाल कीता जांदा है। नहीं तो राम पदार्थ रतन पदार्थ पाएक, जिहड़ा राम रूपी रत्ना की न्याय पदार्थ को प्राप्त करके कबीरा गांठ न खोल, नहीं पटन नहीं पारखू, नहीं गाख नहीं मोल। बिना गाख तो कीती हुई गल व्यापार के संबंध विच घाटा ही पाउंदी, लाभ नहीं देती। क्योंकि बिन गाहक गुण बेच गए तो गुण सह को जाए, गुण का गाहक जे मिले तो गुण लाख मिटाए। ते बाबा कबीर साहब कहते हीरे की परख करने वाला, सोची रखने वाला, जब ही पाइए पारखू। पारखू कहते ने जिहड़ा परख करनी जानता हो, तब हीरन की साठ। साठ होंदा सट्टा करना, वटांदरा करना, लैना ते देना।
तदों इस नाम हीरे की सांझ पैंदी है। अगला बचन है बाबा कबीर साहब जी का। महापुरख भगत बाबा रविदास साहब जी की विचारधारा उन्होंने अपने बचन में प्रगट की है। कबीर हरसो हीरा छाड़ कै करहे आन की आस, ते नर दोजक जाहे गए सत भख है रविदास। महापुरख बाबा कबीर साहब जी कहते हरि अकाल पुरख वाहिगुरु आप वो हीरा है, ਉਹਦਾ नाम हीरा है। इस नाम हीरे नू उस वाहिद हस्ती नू छड्ड करके जिहड़ा व्यक्ति करहे आन की आस, होरनां दी आस बनाउंदा है, होरनां दी टेक लैंदा ते भरोसा रखदा है। स्पष्ट कह दिता ते नर दोजक जाहेंगे सत भाखे रविदास। वो व्यक्ति दोजकां दी अग विच जाके सड़नगे, नरकां विच पैणगे। सत भख है, सत आखदा है रविदास भगत बाबा रविदास साहब जी सच कहंदा। भावें के शब्द बाबा कबीर साहब का, पर उन्होंने मोहर लाई है भगत बाबा रविदास साहब जी के नाम दी कि रविदास साहब जी का अनुभव है, जीवन का तजर्बा है कि नाम वो हीरा है जिहड़ा जीवन मनुखी जीवन हीरे वर्गा शुद्ध ते पवित्र कर दिंदा है। धन गुरु रामदास सच्चे पातशाह का वचन है, हीरा लाल अमोल रतन है बिन गाहक मीका काखा। मीका का अर्थ हुंदा बराबर, काखा किदे कख नूं भाव कौड़ी न्याई। हीरा लाल अमोल रतन है, अमोलक रतन है हीरा कार पुरख वाहिगुरू का नाम। पर बिन गाहक, गाहक तो बिना मीका काखा एक कख दे बराबर है, क्योंकि किसी को कदर नहीं, पछाण नहीं है कि नाम कितना अमोलक है। सो इत्थे हीरा तो भाव अंतरीव अर्थ है ज्ञान, ते मजीठ तो भाव है प्रेम। आपे हीरा निर्मला अकाल पुरख वाहिगुरू वो पवित्र ज्ञान है जिहड़ा हिरदे च टिक जाए ते जन्मां जन्मांतरां दी अज्ञानता नूं चुक दिंदा है। उत्थे अज्ञानता का कुप हनेरा नहीं रहिंदा जिथे वाहिगुरू जी के नाम हीरे का प्रकाश हो जाए। क्योंकि हीरा एक प्रकाश का लखायक, एक चानन का लखायक जनायक है। ते वाहिगुरू परमेश्वर है ही ज्ञान का सोना, ज्ञान का घर, ज्ञान का सूरज है। इस वास्ते परमात्मा ने इत्थे कहा कि आपे हीरा निर्मला अकाल पुरख वाहिगुरू निर्मल ज्ञान का झरना है जिथों हमेशा पवित्र ज्ञान फुटदा है। आपे रंग मजीठ, मजीठ पक्के रंग नूं कहंदे हन। दूसरा रंग भी है, वह भी जिक्र साहिबा ने बाणी च कीता, उसनूं कसुंबा कहा जाता है। वेखण नूं भावें मजीठ के रंग नालों बड़ा पक्का प्रतीत होवे, पर पानी दा इक धो ही पवे ते कच्चा रंग कसुंबे दा लह जांदा। पानी धोता है फिर ना रहाए, कच्चा रंग कसुंब का पानी धोते पानी नाल ही धो पै जावे, साबन लाउण दी लोड़ नहीं तो लह जाता। पर एक पासे आपे रंग मजीठ, इत्थे मजीठ तो भाव है प्रेम का रंग। ते प्रेम के रंग दे विच वो पक्की रंगत हुंदी है जिहड़ी कदी उतरदी नहीं है। उस रंगत बारे जिक्र के काया कापर चीर बहु पारे, हर रंग न लहे सुभागा। वो मजीठ का पक्का नाम का चढ़िया हुआ रंग सीस ते आरा चंदन नाल भी शरीर बंद बंद कटिया जावे, शरीर अग विच साड़िया जावे, कीमा कीमा कर दिता जावे, नाम का रंग होर गाढ़ा हुंदा है। अकाल पुरख परमेश्वर जी आपे रंग मजीठ, आपे ही प्यार का पक्का रंग है। आपे ही जिग्यासुआं नूं प्यार का पक्का रंग चढ़ा दिंदा है। मजीठ दी न्याई आपे मोती उजलो, आपे भगत बसीठ। नौ रत्नां दे विच मोती भी रत्नां विच आउंदा है। जिवें हीरा पन्ना पुखराज मोतियां विच आउंदा, इसे तरह मोती भी अपनी कीमताब रखता है। आपे मोती उजलो, इत्थे मोती दा अर्थ है विराग। अंतरीव भाव है कि अकाल पुरख वाहिगुरू आपे मोती दी न्याई कीमती विराग, तर तीव्र विराग पैदा करने वाला जिग्यासुआं दे हिरदे विच। मोती भी अपना प्रकाश आप है। आपे मोती उजलो, अकाल पुरख वाहिगुरू वो मोती है जिहड़ा उजला मोती है। क्योंकि विराग भी मैला विराग भी हुंदा है, जिन्हों गधा विराग ग्रंथां च लिखिया है। 2-4
गधे के लक में सोटे मारे जान ते टीटने मारदा घरों बाहर नूं भज जांदा, फिर रूड़ियां तो चुग चक करके ते आपे वापस आ जांदा। एक घोड़ा वराग किया जाता, उन्होंने आप फड़ के लिया पैंदा है। एक तीबर वराग, एक तर तीबर वराग। सो वराग बड़ी तरह का है, पर ये वो वराग है जिस बारे साहिबों ने बाणी में थावां थावां ते जिक्र किया। भाव ते बैराग उपजै हर खोजत फिरना, खोजत खोजत सहज उपजा फिर जरा न मरना। अकाल पुरख रब्बी भै ते भावनी द्वारा पैदा होया हित च वराग। क्योंकि वराग जो संसारी ठोकर लगे उदों भी पैदा हो सकता। राजा भरथरी उजैन का राजा सी, घरवाली की बेवफाई के कारण राज भाग छड़ के जोगी बन जाता, वो भी वरागी सी। पर जदों चंद्रमे की चांदनी तुरे जाते ने कोई चीज़ चमकती वेखी, हथ पाया तो हथ ठोकना भर गया, तो उन्हें कह दिता सी कि तू तो व्यक्ति सी जिसने राज भाग छड़ दिता। तजी सहंसर नार अजी वासना न तजी रे मन तुहे तरकार। अजे वासना नहीं गई है मना तेनू लांत है। अकाल पुरख वाहिगुरु परमेश्वर जी ते आप कृपा करता सह, कहते आपे मोती उजलो। वो मोती दी नाई उजला वराग पैदा कर देंदा हिरदे विच। तो आप ही उजला मोती वराग रूप है। आपे भगत बसीठ, आपे ही भगत स्वरूप दे बसीठ कहते ने विचोले नूं, जिहड़ा विच विचोलगी करन वाला होवे। सो पावन बाणी दे अंदर सतगुरु पातशाह महाराज जी ने गुरु वास्ते बसीठ शब्द वरत्या। बसीठ वकील नूं भी कहंदे ने, क्योंकि जज नाल गल करनी होवे ते वकील चाहिदा है, वकील लभो। इसे तरह रब नाल गल करनी होवे ते बसीठ सतगुरु वकील चाहिदा है। साहब कहते आपे भगत बसीठ, आपे वो भगतां दा गुरु स्वरूप होके बसीठ विचोला है, वकील है। अथवा आपे ही भगत दी न्याई, आपे ही भगत बसीठ हो करके टुटे फुटे जीवन वाले, टुटियां सुरतां वाले जिहड़े व्यक्ति हैं उन्होंने मालिक के नाल जोड़ देता है, बसीठ का काम करता है। परमेश्वर आप ही भगत स्वरूप है, आप ही बसीठ गुरु स्वरूप है, आप ही अपने नाल मेल मिलाप करवाने वाला है। गुर कै शब्द सलाहना घट घट डीठ अडीठ। उन्होंने सलाहना किवें चाहिदा है? सलाहना दा अर्थ हुंदा सिफत करनी, वडियाई करनी, महिमा करनी, जस करना, कीर्ति गायन करनी। साहब कहते गुर कै शब्द सलाहना। सिद्धा ने पुछया सी ना महाराज, ये संसार किवें तरिया जा सकता, सब संसार तो पार किवें लंघिया जा सकता है? इस कथा का दे विचार भवजल शब्द लगावन हार। जिहड़ा संसार है, शब्द इस संसार तो किवें पार कर देंदा, सानू भी जरा कथा समझाओ। हाँ तो सतगुरु पातशाह ने उत्तर दिता सी, जैसे जल में कमल निरालम मुरगाई नैसाने, शब्द सुरत भव सागर तरिए नानक नाम उठान। नाम द्वारा, शब्द की बरकत द्वारा ही संसार सागर तो तरिया जाता है। गुर कै शब्द सलाना, गुरु के शब्द उपदेश द्वारा, सिक्ख्या द्वारा। शब्द का अर्थ ब्रह्म भी हुंदा है। गुरु के शब्द द्वारा ब्रह्म को सलाहना करिए। गुर कै गुरु द्वारा शब्द सलाहना, ब्रह्म को सलाहना करिए। बंदियां की सिफत सलाह ना करिए, सगों परमेश्वर की उस्तत मन मह कर निरंकार, कर मन मेरे सत व्यवहार। गुरु के उपदेश शब्द सिक्ख्या द्वारा सलाहना करिए। किसनों सुनाइए? जिहड़ा घट घट डीठ अडीठ। ऐड़ा के ला के विरोधी शब्द बन जाता। अडीठ का अर्थ हुंदा जिहड़ा दिसदा नहीं है, अनदिसदा है। ते डीठ का अर्थ हुंदा जिहड़ा दिसदा है। घट घट डीठ अडीठ, घटा 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 विच दिसदा है। सो अकाल पुरख वाहिगुरु है तां घट घट में हर जू बसे सारिਆਂ ਵਿੱਚ ही है। भगत बाबा धन्ना जी का पावन वचन ते बाबा कबीर साहब जी का पावन वचन इको ही अर्थ रखते हैं, जिस दे अंदर उन्होंने दसिया है कि सबे कट राम बोले, रामा बोले राम बिना वो बोले रे। एकल माटी कुंजर कीटी घट घट राम समाना रे। सारे घटा हिरदे विच समाया होया व्यापक है।
ਡੀਠ ਅਡੇਠ ਜਦੋਂ ਮਾਲਕ ਕਿਰਪਾ ਕਰਦਾ ਨਾ, ਜਿਹੜਾ ਡੀਠ ਨਹੀਂ ਦਿਸਦਾ ਉਹ ਮਾਲਕ ਫਿਰ ਦਿਸ ਪੈਂਦਾ ਹੈ, ਪ੍ਰਤੱਖ ਦਰਸ਼ਨ ਕਰ ਲਈਦੇ ਹਨ। ਇਸਲਾਮ ਦੀ ਫਿਲਾਸਫੀ ਇਹ ਕਹਿੰਦੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਤਾਂ ਇਹ ਸਹਿਣਾ ਕਿਹਾ ਹੈ ਕਿ ਉਹਨਾਂ ਦੀ ਇੱਕ ਅੱਖ ਹੈ, ਉਹ ਪਰਮਾਤਮਾ ਹੈ। ਪਰ ਕਹਿੰਦੇ ਰਹਿੰਦਾ ਕਿੱਥੇ ਹੈ? ਸੱਤ ਪਤਾਲ ਥੱਲੇ ਸੱਤ ਉੱਪਰ ਨੇ, ਦੋ ਨੂਰ ਦੇ ਤਖਤ ਦੇ ਉੱਪਰ ਖੁਦਾ ਅੱਲਾ ਰਹਿੰਦਾ। ਕਦੀ ਇਸ ਧਰਤੀ ਤੇ ਨਹੀਂ ਆਉਂਦਾ, ਕਦੀ ਪ੍ਰਤੱਖ ਕਿਸੇ ਵਿਅਕਤੀ ਨੂੰ ਨਹੀਂ ਮਿਲਦਾ। ਜਦੋਂ ਵੀ ਇਹ ਆਉਂਦਾ ਹੈ ਉਹਦਾ ਪੈਗਾਮ ਆਉਂਦਾ, ਸੁਨੇਹਾ ਆਉਂਦਾ, ਪੈਗਾਮ ਲਿਆਉਣ ਵਾਲਾ ਪੈਗੰਬਰ ਹੁੰਦਾ ਹੈ। ਪੈਗੰਬਰ ਦੀ ਗੱਲ ਮੰਨਣੀ ਚਾਹੀਦੀ ਹੈ। ਸਾਰੀ ਇਸਲਾਮ ਦੀ ਫਿਲਾਸਫੀ ਇੱਥੇ ਖਲੋਤੀ ਹੈ ਕਿ ਜੋ ਪੈਗੰਬਰ ਕਹਿੰਦਾ ਉਹ ਖੁਦਾ ਹੀ ਕਹਿ ਰਿਹਾ ਹੈ। ਬੁੱਧ ਮਤ ਵਾਲੇ ਧੰਪਤ ਉਹਨਾਂ ਦਾ ਗ੍ਰੰਥ ਹੈ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਫਿਲਾਸਫੀ ਵੱਖਰੀ ਹੈ। ਉਹ ਕਹਿੰਦੇ ਸਭ ਕੁਝ ਮਨੁੱਖ ਹੀ ਆਪ ਹੈ, ਮਨੁੱਖ ਨੂੰ ਆਪਣੇ ਆਪ ਦੀ ਖੋਜ ਕਰਨੀ ਚਾਹੀਦੀ ਹੈ। ਮਨੁੱਖ ਆਪ ਹੀ ਕਰਮ ਕਰਦਾ, ਆਪ ਹੀ ਫਲ ਭੁਗਤਦਾ ਹੈ। ਪਰਮਾਤਮਾ ਦੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੈ। ਸਨਾਤਨ ਮਤ ਨੇ ਵੰਡੀਆਂ ਪਾ ਦਿੱਤੀਆਂ, ਬਹੁਤ ਸਾਰੇ ਮੰਨ ਲੈ, ਕਹਿੰਦੇ ਕੋਈ ਪੈਦਾ ਕਰਦਾ, ਕੋਈ ਪਾਲਦਾ, ਕੋਈ ਲੈਦਾ ਕਰਦਾ ਹੈ, ਉਹ ਵੀ ਇੱਕ ਨਹੀਂ ਮੰਨਦੇ। ਪਰ ਗੁਰਮਤਿ ਦੀ ਫਿਲਾਸਫੀ ਕਹਿੰਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਉਸ ਇੱਕ ਨੂੰ ਸਾਹਿਬ ਕਹਿੰਦੇ ਵੇਖਿਆ ਜਾ ਸਕਦਾ। ਜਿਹੜਾ ਵਚਨ ਲਿਖਿਆ ਨਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਇਹ ਪ੍ਰਤੱਖ ਦਾ ਅਰਥ ਕੀ ਹੁੰਦਾ? ਸਾਖਸ਼ਾਤ ਵੇਖਣਾ, ਪ੍ਰਤੱਖ ਵੇਖਣਾ। ਤੇ ਸਾਹਿਬਾਂ ਨੇ ਉਹ ਨੇਤਰ ਵੀ ਦੱਸ ਦਿੱਤੇ ਜਿਨ੍ਹਾਂ ਨੇਤਰਾਂ ਨਾਲ ਮਿਲਦਾ ਹੈ, ਦਿਸਦਾ ਹੈ। ਨਾਨਕ ਸੇ ਅੱਖਣੀਆਂ ਬਿਆਨ ਜਿਨੀ ਦਿਸਦੋ, ਮਾਂ ਪੀਰੀ ਮਾਂ ਮੇਰਾ ਪੀਰੀ ਪਰਮਾਤਮਾ। ਜਿਨ੍ਹਾਂ ਅੱਖਾਂ ਨਾਲ ਦਿਸਦਾ ਨਾ, ਉਹ ਅੱਖਾਂ ਹੋਰ ਨੇ। ਮਨ ਬੁੱਧ ਰੂਪੀ ਨੇਤਰ ਅਨੁਭਵ ਦੇ ਨੇਤਰ ਹਨ। ਉਹ ਚਾਹੇ ਤੇ ਨਾ ਪ੍ਰਤੱਖ ਨੇਤਰਾਂ ਦੁਆਰਾ ਵੀ ਆਪਣਾ ਦੀਦਾਰ ਬਖਸ਼ ਸਕਦਾ। ਉਹਦੇ ਹੱਥ ਵਸ ਹੈ, ਉਹਦੇ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ। ਸਿਸ ਵਾਸਤੇ ਸਾਹਿਬ ਕਹਿੰਦੇ ਘਟ ਘਟ ਡੀਠ ਅਡੀਠ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਸਲਾਹਿਆ ਨਾ, ਜਿਹੜਾ ਮਾਲਕ ਨਹੀਂ ਸੀ ਨਾ ਦਿਸਦਾ, ਅਡੀਠ ਘਟ ਘਟ ਡੀਠ, ਉਹਨਾਂ ਘਟਾਂ ਘਟਾਂ ਵਿੱਚ ਹੀ ਮਾਲਕ ਨੂੰ ਵੇਖ ਲਿਆ, ਸਾਰੇ ਥਾਵਾਂ ਤੇ ਵੇਖ ਲਿਆ। ਗੁਰ ਪੂਰੇ ਵੇਖਾਲਿਆ, ਕਦੋਂ ਵੇਖਿਆ? ਜਦੋਂ ਗੁਰ ਪੂਰੇ ਨੇ ਆਪ ਵਿਖਾ ਦਿੱਤਾ। ਤਾਂ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੋਹਣ ਸਭ ਤੇ ਉੱਚਾ ਮੈਂ ਵੇਖਿਓ ਰੀ, ਮੋਹਣ ਸਭ ਤੇ ਮੈਂ ਵੇਖ ਲਿਆ ਹੈ। ਗੁਰਮਤਿ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ, ਸਾਖਸ਼ਾਤ ਮਿਲਿਆ ਜਾ ਸਕਦਾ ਹੈ, ਉਹਦੇ ਦੀਦਾਰ ਹੋ ਸਕਦੇ ਨੇ। ਬਾਣੀ ਦੇ ਅੰਦਰ ਸੁਪਨੇ ਦੇ ਦਰਸ਼ਨਾਂ ਦਾ ਵੀ ਜ਼ਿਕਰ ਸਾਹਿਬਾਂ ਕੀਤਾ ਕਿ ਸੁਪਨੇ ਦੇ ਵੀ ਉਹਦੇ ਦਰਸ਼ਨ ਹੁੰਦੇ। ਸੁਪਨਾ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਰ ਪਿਆਰੇ, ਭੇਜ ਨਾ ਸਕਾਂ ਕੋਏ। ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾਂ ਸੋਚ। ਉੱਥੇ ਵੇਖਣ ਦਾ ਜ਼ਿਕਰ, ਉੱਥੇ ਅਨੁਭਵ ਦਾ ਜ਼ਿਕਰ ਨਹੀਂ। ਅਨੁਭਵ ਦੇ ਵਿੱਚ ਤੇ ਵੇਖਣ ਵਿੱਚ ਅੰਤਰ ਹੈ। ਇੱਕ ਮਨੁੱਖ ਦੀਆਂ ਅੱਖਾਂ ਨਹੀਂ ਹਨ, ਉਹਨੂੰ ਸੂਰਜ ਦੀ ਧੁੱਪ ਤਾਂ ਮਹਿਸੂਸ ਹੋ ਰਹੀ ਹੈ ਕਿ ਉਹਦੇ ਵਿੱਚ ਗਰਮੀ ਹੈ, ਪਰ ਉਹ ਵੇਖ ਨਹੀਂ ਸਕਦਾ ਕਿ ਉਸ ਵਿੱਚ ਚਾਨਣ ਵੀ ਹੈ। ਇੱਕ ਮਨੁੱਖ ਦੀਆਂ ਅੱਖਾਂ ਨਹੀਂ ਦਿਸ ਰਿਹਾ, ਉਹਨੂੰ ਕੋਈ ਚੂੰਡੀ ਵੱਢ ਰਿਹਾ ਹੈ ਜਾਂ ਕੋਈ ਥੱਪੜ ਮਾਰ ਰਿਹਾ, ਉਹਨੂੰ ਦਿਸ ਨਹੀਂ ਰਿਹਾ, ਪਰ ਅਨੁਭਵ ਜ਼ਰੂਰ ਹੋ ਰਿਹਾ ਕਿ ਮੇਰੇ ਸਰੀਰ ਤੇ ਕੁਝ ਹੋ ਰਿਹਾ ਹੈ। ਇਹਨੂੰ ਅਨੁਭਵ ਕਹਿੰਦੇ। ਪਰ ਸਾਹਿਬ ਅਨੁਭਵ ਤੋਂ ਅੱਗੇ ਦੀ ਗੱਲ ਕਰਦੇ ਨੇ ਕਿ ਪਰਮਾਤਮਾ ਨੂੰ ਵੇਖਿਆ ਜਾ ਸਕਦਾ। ਇਹ ਕੇਵਲ ਤੇ ਕੇਵਲ ਗੁਰਮਤਿ ਦੀ ਫਿਲਾਸਫੀ ਹੈ, ਗੁਰਮਤਿ ਦੀ ਵਿਚਾਰਧਾਰਾ ਹੈ ਕਿ ਪਰਮਾਤਮਾ ਨੂੰ ਪ੍ਰਤੱਖ ਵੇਖਿਆ ਜਾ ਸਕਦਾ ਹੈ। ਆਪ ਹੀ ਆਪਣੇ ਆਪ ਨੂੰ ਵਿਖਾਉਂਦਾ ਹੈ, ਗੁਰੂ ਦੁਆਰਾ ਹੀ ਉਹਦਾ ਦੀਦਾਰ ਹੁੰਦਾ ਹੈ। ਸੋ ਜਿੱਥੇ ਸੁਪਨੇ ਦੇ ਦਰਸ਼ਨਾਂ ਦਾ ਜ਼ਿਕਰ ਹੈ, ਉੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਚਿੱਤਰ ਦਰਸ਼ਨ ਦਾ ਵੀ ਜ਼ਿਕਰ ਕੀਤਾ ਹੈ। ਤਸਵੀਰ ਦੇ ਦਰਸ਼ਨ ਕਰ ਲਏ ਨੇ, ਸੁਰਤੀ ਦੇ ਦਰਸ਼ਨ ਵੀ ਹਨ, ਸਰਵਣ ਦਰਸ਼ਨ ਵੀ ਮੰਨੇ ਹਨ ਕਿ ਆਵਾਜ਼ ਸੁਣ ਲੈਣੀ ਪਿਆਰੇ ਦੀ, ਸਰਵਣ ਦਰਸ਼ਨ ਹੋ ਜਾਣੇ, ਆਵਾਜ਼ ਦੇ ਦੁਆਰਾ ਹੀ ਦਰਸ਼ਨ ਅਨੁਭਵ ਕਰ ਲੈਣੇ। ਪਰ ਜਿੱਥੇ ਗੱਲ ਹੈ ਪ੍ਰਤੱਖ ਦਰਸ਼ਨਾਂ ਦੀ, ਬਾਣੀ ਉਸ ਗੱਲ ਤੇ ਮੋਹਰ ਲਾਉਂਦੀ ਕਿ ਘਟ ਘਟ ਡੀਠ ਅਡੇਠ, ਘਟਾਂ ਘਟਾਂ ਵਿੱਚ ਵਸਣ ਵਾਲਾ। ਕਹਿੰਦੇ ਜਿਹੜਾ ਨਹੀਂ ਨਾ ਦਿਸਦਾ ਉਹਨੂੰ ਡੀਠ ਕਹਿੰਦੇ, ਵੇਖ ਲਿਆ, ਡਿੱਠ ਲਿਆ। ਪ੍ਰਤੱਖ ਦਰਸ਼ਨ ਦੀਦਾਰ ਉਹਦੇ ਪ੍ਰਾਪਤ ਹੋ ਗਏ ਜਦੋਂ ਗੁਰੂ ਦੇ ਸ਼ਬਦ ਦੁਆਰਾ ਕਮਾਈ ਕਰਕੇ ਉਹਦੀ ਸਿਫਤ ਸਲਾਹ ਕੀਤੀ। ਆਪੇ ਸਾਗਰ ਬੋਹਿ ਥਾ, ਆਪੇ ਪਾਰ ਅਪਾਰ। ਸਾਗਰ ਕਹਿੰਦੇ ਸਮੁੰਦਰ ਨੂੰ, ਬੋਹਿਥਾ ਕਹਿੰਦੇ ਜਹਾਜ਼ ਨੂੰ।
आ जिन्ना भी संसार है इन्हू पानी च समुंदर आख्या। संसार समुंदे तार गोबिंदे तार ले बाप बीतदा। गोइठा क्या है जहाज नू ते पावन बाणी दे अंदर साहिब कहंदे गुर पौड़ी बेड़ी गुरु गुर दुल्हार नाओ गुर सन सागर बोहे थो गुर तीरथ दरियाओ। गुरु ही ओ गोइठा जहाज जिहड़ा संसार सागर तो पार लगाउंदा है। परमेश्वर जी आपे सागर गोइठा आप संसार समुंदर स्वरूप है। आपे जहाज दी न्याई सतगुरु रूप होके नाम बाणी दे बेड़े ते बिठा के पार लगाऊंगा। आपे पार पार दा अर्थ है मुक्ति रूपी किनारा ते अपार दा अर्थ है उरला किनारा। अपार दा अर्थ पारावार तो रहत भी हुंदा है पर इत्थे भाव है उरला ते परला किनारा। परमात्मा आप ही संसार रूपी उरला किनारा है ते आप ही परलोक रूपी परला किनारा है। आपे ही संसार सागर तो गोइठा जहाज बन के जीवां नूं नाम दे जहाज ते बिठा के पार लंघा दिंदा है। आपे पार उतारदा आपे मुक्ति रूपी किनारे ते पहुंचा दिंदा है। साची वाट सुजान तू शब्द लगावन हार। साची वाट वाट कहते ने रस्ते नूं मार्ग नूं राह नूं। साची वाट किहड़ी है बंदगी दी भाव भगती दी सिमर साधना दी सच्ची वाट है। कोई चोरी दे रस्ते ते तुर रहा है उन्हें सच्ची वाट नहीं कहेंगे। कोई अवगुणा दे राह ते तुर रहा है लोग अवगुणा की बन्ने गंठड़ी गुर ना विहाजे कोई। जे गुर हो मन गंठड़िए मेलेगा सोई। साची वाट है शुभ गुणा दा रस्ता भाव भगती दा मार्ग जिन्हों सुरत दा मार्ग बाणी ने आख्या। सजान तू एक आल पुरख वैगुरु तू अंतर जामी। सजान शब्द परमेश्वर सतगुरु वास्ते आवे ते अंतर जामी गुरसिखां वास्ते आवे ते सियाणे समझदार दाने प्रधाने। तू आप ही भक्ति रूपी सच्ची वाट राह रस्ता है। तू आप अंतर जामी है शब्द लगावन हार। तेरा शब्द उपदेश सिखिया तेरे शब्द की कमाई जिन्हों तू दे देंदा तू लगावन हार। संसार सागर तो पार लगा देना है क्योंकि तू आप ही लगाउण वाला है पार किनारे पहुंचाउण वाला है। निडरिया डर जानिया है बाज गुरु गोबार। निडरिया दा अर्थ हुंदा जिहड़े निडर ने। इस शब्द नूं कई निडरिया पढ़दे हन पर संप्रदाय पाठ निडरिया ही है। डर जानिए निडर किया जाता आम माझे दी बोली जिहड़ा किसी तो डरदा ना होवे उहनूं कहंदे बड़ा बंदा निडर है। ते आम तौर ते कह जान पढ़िया जाता निडार। निडार का अर्थ ते निडर का अर्थ इको ही है। निडरिया डर जानिए जेड़े निडार हैं। अकाल पुरख वाहिगुरू आप निडार है सतगुरु निडार है। जिन्हें उस निडार नूं जपिया निरभौ जपै सगल भौ मिटे। जिन निरभौ जिन हर निरभौ त्याज तिन का भौ सब गवासी। ते साहिब फरमा रहे ने कि उस वाहिगुरू का डर जानना करिए ਉਹਦਾ ਭੈ ਅਦਬ ਹਿਰਦੇ ਚ ਰੱਖੀਏ। ਪ੍ਰਾਪਤੀ ਕੀ ਹੋਵੇਗੀ ਭੈ ਵਿੱਚ ਬੈਸੈ ਭੈ ਰਹਿ ਭੈ ਵਿੱਚ ਕਮਾਵੇ ਕਾਰ। ਇੱਥੇ ਸੁਖ ਵਡਿਆਈਆਂ ਦਰਗੇ ਮੋਖ ਦਵਾਰ। ਆ ਤਿੰਨ ਕੰਮ ਬੰਦਾ ਕਰ ਲਵੇ ਜਿੱਥੇ ਬੈਠੇ ਭੈ ਵਿੱਚ ਬੈਸੈ ਜਿੱਥੇ ਰਹੇ ਭੈ ਵਿੱਚ ਰਹੇ। ਜਿਹੜੀ ਕਾਰ ਕਰਮ ਕਮਾਵੇ ਭੈ ਵਿੱਚ ਕਮਾਵੇ ਕਾਰ। ਆ ਤਿੰਨ ਕਰਮ ਮਨੁੱਖ ਕਰੇ ਤੇ ਸਾਹਿਬ ਕਹਿੰਦੇ ਇੱਥੇ ਸੁਖ ਵਡਿਆਈਆਂ दरगे मुख दो। इत्थे सुख ते वडियाइयां मानता ते मालक दी दरगाह विच भी मान सन्मानत प्राप्त होवे मुक्ति दी प्राप्ति होवेगी। सो निडरिया डर जानिए बाज गुरु गुबार। गुबार दा अर्थ हुंदा घुप हनेरा। बाजो गुरु गुबार है करदी सुनी लुकाई। भाई गुरदास साहब कहंदे गुरु नानक देव पातशाह ने तकिया बाबा देखे ध्यान धार जल्दी सा पृथ्वी दिसे आई। सारी पृथ्वी लुकाई सिटी अवगुणा विकारा च सड़दी हुई दिसी। क्यों दिसी बाज गुरु गुबार है। गुरु तो बिना संसार च भुख हनेरा है। बाज दर्द हुंदा बिना ते गुरु अंगद दे पातशाह दा दूजा श्लोक पढ़ के वेखना पावन बाणी आसा जी दी वार दा। ते साहब कहंदे जे 100 चंदा उगवै सूरज चढ़े हजार। इते चांदन हुंदिया गुर बिन घोर अंधार। भुख हनेरा ही है।
ਤੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਆਪਣਾ ਬਚਨ ਅੱਗੇ ਬਾਝ ਰਾਗ ਵਿੱਚ ਆਉਂਦਾ ਹੈ। 10 ਅਵਸਥਾ ਸਰੀਰ ਦੀਆਂ ਵਰਣਨ ਕਰਕੇ ਅਖੀਰ ਤੇ ਗੁਰੂ ਤੋਂ ਬਿਨਾਂ ਕਿਵੇਂ ਜੀਵਨ ਨਿਸਫਲ ਚਲਿਆ ਜਾਂਦਾ ਉਸ ਦਾ ਵਰਣਨ ਕੀਤਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਦੇਵ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਤ ਕੀਆ ਘਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਗੁੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ। ਦੱਦਾ ਹੁੰਦਾ ਸੜ ਗਿਆ। ਗਏ ਸਗੀਤ ਪੁਕਾਰੀ ਤਾਹਾ, ਆਇਆ ਗਿਆ ਮੋਇਆ ਨਾਮ ਪਿੱਛੇ ਪੱਤਰ ਸਦਿਓ ਕਾਵ, ਨਾਨਕ ਮਨਮੁਖ ਅੰਧ ਗਵਾ। ਮਨਮੁਖ ਜਿਹੜਾ ਹੈ ਉਹਦੇ ਜੀਵਨ 'ਚ ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ ਹੈ। ਬਾਝੋ ਗੁਰੂ ਗਵਾਰ ਹੈ, ਅਗਿਆਨਤਾ ਹੀ ਗਿਆਨਤਾ ਹਨੇਰਾ ਹੈ। ਸਾਹਿਬ ਕਹਿੰਦੇ ਬਾਝ ਗੁਰੂ ਗਵਾਰ। ਤੇ ਜਦੋਂ ਗੁਰੂ ਅਗਿਆਨਤਾ ਦਾ ਹਨੇਰਾ ਕੱਟਦਾ, ਕਿਵੇਂ ਕੱਟਦਾ? ਸਾਹਿਬ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ 'ਚ ਪ੍ਰਗਾਸ ਚਾਨਣ ਹੋ ਗਿਆ, ਰੌਸ਼ਨੀ ਦੀ ਪ੍ਰਾਪਤੀ ਹੋ ਗਈ, ਰੂਹਾਨੀ ਰੌਸ਼ਨੀ ਮਿਲ ਗਈ। ਸਾਹਿਬ ਕਹਿ ਰਹੇ ਨੇ ਬਾਝ ਗੁਰੂ ਗਵਾਰ, ਗੁਰੂ ਤੋਂ ਬਿਨਾਂ ਭਾਏ ਜੀਵਨ ਚ ਅੰਧਕਾਰ ਪਿਆ ਰਹਿੰਦਾ। ਹਨੇਰੇ ਦੀ ਕਦੀ ਆਪਣੀ ਹੋਂਦ ਹਸਤੀ ਨਹੀਂ ਹੋਇਆ ਕਰਦੀ। ਹਨੇਰਾ ਭਾਵੇਂ ਅਰਬਾਂ ਖਰਬਾਂ ਸਾਲਾਂ ਦਾ ਹੋਵੇ, ਹਨੇਰਾ ਕੇਵਲ ਤੇ ਕੇਵਲ ਪ੍ਰਕਾਸ਼ ਦੀ ਅਣਹੋਂਦ ਹੈ। ਪਹਾੜਾਂ ਦੀਆਂ ਗੁਫਾਵਾਂ ਵਿੱਚ, ਸਮੁੰਦਰ ਦੀਆਂ ਹੇਠਲੀਆਂ ਤਹਿਆਂ ਵਿੱਚ ਘੁੱਪ ਹਨੇਰਾ ਹੈ। ਕਿਉਂ? ਉੱਥੇ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ, ਪਰ ਜਿੱਥੇ ਸੂਰਜ ਦੀ ਰੌਸ਼ਨੀ ਪਹੁੰਚਦੀ ਉੱਥੇ ਚਾਨਣ ਹੈ। ਇਸੇ ਤਰ੍ਹਾਂ ਹੀ ਮਨੁੱਖੀ ਮਨ ਦੀਆਂ ਪਰਤਾਂ ਨੇ, ਤੇ ਜਿਨ੍ਹਾਂ ਮਨੁੱਖੀ ਮਨ ਦੀਆਂ ਪਰਤਾਂ 'ਚ ਗੁਰੂ ਦੇ ਸ਼ਬਦ ਨੇ ਅਜੇ ਪ੍ਰਕਾਸ਼ ਨਹੀਂ ਕੀਤਾ, ਉੱਥੇ ਹਨੇਰਾ ਹੀ ਹੈ। ਤੇ ਸਾਹਿਬ ਕਹਿੰਦੇ ਦੀਵਾ ਬਲੇ ਅੰਧੇਰਾ ਜਾਏ। ਜਦੋਂ ਗੁਰੂ ਦੇ ਗਿਆਨ ਦਾ ਦੀਵਾ ਬਲ ਪਵੇ ਉੱਥੋਂ ਹਨੇਰਾ ਚੁੱਕਿਆ ਜਾਂਦਾ ਹੈ। ਇਹ ਨਹੀਂ ਕਿ ਅਰਬਾਂ ਖਰਬਾਂ ਸਾਲਾਂ ਦਾ ਹਨੇਰਾ ਦੂਰ ਕਰਨ ਵਾਸਤੇ ਅਰਬਾਂ ਖਰਬਾਂ ਸਾਲ ਹੀ ਦੀਵੇ ਜਗਾਉਣੇ ਪੈਂਦੇ, ਲਾਈਟਾਂ ਜਗਾਉਣੀਆਂ ਪੈਂਦੀਆਂ। ਨਹੀਂ, ਦੀਵਾ ਬਲੇ ਅੰਧੇਰਾ ਜਾਵੇ। ਬਸ ਤੀਵੀ ਬਾਲਣ ਦੀ ਲੋੜ, ਦੀਵਾ ਜਗਾਉਣ ਦੀ ਲੋੜ ਹੈ, ਬਿਜਲੀ ਦਾ ਲਾਈਟ ਦਾ ਸੁੱਚ ਛੱਡਣ ਦੀ ਲੋੜ ਹੈ, ਤੇ ਹਨੇਰਾ ਇੱਕਦਮ ਭੱਜ ਜਾਂਦਾ। ਕਿਉਂਕਿ ਹਨੇਰੇ ਦੀ ਹਸਤੀ ਹੈ ਨਹੀਂ, ਉਹ ਕੇਵਲ ਪ੍ਰਕਾਸ਼ ਦੀ ਅਣਹੋਂਦ। ਇਸੇ ਤਰ੍ਹਾਂ ਹੀ ਅਗਿਆਨ ਦੀ ਆਪਣੀ ਕੋਈ ਹਸਤੀ ਨਹੀਂ ਹੈ। ਅਗਿਆਨ ਖਲੋਤਾ ਹੀ ਅਗਿਆਨਤਾ ਦੇ ਸਿਰ ਤੇ ਹੈ। ਜਿੱਥੇ ਅਗਿਆਨਤਾ ਹੈ ਉੱਥੇ ਹੀ ਅਗਿਆਨਤਾ ਦਾ ਹਨੇਰਾ ਹੈ। ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਹੋਣ ਕਰਕੇ ਜੀਵਨ 'ਚ ਅਜਿਹਾ ਅੰਧਕਾਰ ਪਿਆ ਰਹਿੰਦਾ ਹੈ। ਅਸਤਰ ਕਰਤਾ ਦੇਖੀਐ, ਹੋਰ ਕੀਤੀ ਆਵੈ ਜਾਏ। ਸੰਸਾਰ 'ਚ ਸਦਾ ਸਥਿਰ ਰਹਿਣ ਵਾਲੀ ਹਸਤੀ ਕਿਹੜੀ ਹੈ? ਸਾਹਿਬ ਕਹਿੰਦੇ ਉਹ ਕਰਤਾ ਹੈ। ਅਸਥਿਰ ਦਾ ਅਰਥ ਹੁੰਦਾ ਜਿਹੜਾ ਸਦਾ ਸਥਿਰ ਕਾਇਮ ਦੈਮ ਰਹਿਣ ਵਾਲਾ ਹੈ। ਭਗਤ ਬਾਬਾ ਰਵਿਦਾਸ ਸਾਹਿਬ ਜੀ ਦਾ ਬਚਨ ਹੈ, ਕਾਇਮ ਦੈਮ ਸਦਾ ਪਾਤਸ਼ਾਹੀ। ਉਹਦੀ ਸ਼ਹਿਨਸ਼ਾਹਤ ਸਦਾ ਕਾਇਮ ਦੈਮ ਰਹਿੰਦੀ, ਕਿਉਂਕਿ ਉਹ ਆਪ ਕਾਇਮ ਰਹਿੰਦਾ। ਜਿਹੜੇ ਬੰਦੇ ਸੰਸਾਰ ਤੋਂ ਤੁਰ ਗਏ ਉਹਨਾਂ ਦੀ ਕੁਰਸੀ ਕਿਵੇਂ ਕਾਇਮ ਰਹਿ ਸਕਦੀ ਹੈ? ਅਸਥਿਰ ਕਰਤਾ ਦੇਖੀਏ, ਜਿਹੜਾ ਕਰਤਾ ਪੁਰਖ ਹੈ ਨਾ, ਸਾਹਿਬ ਕਹਿੰਦੇ ਦੇਖੀਏ ਵੇਖੀਏ ਵੇਖਣਾ ਕਰੀਏ, ਉਹੀ ਸਦਾ ਸਥਿਰ ਰਹਿਣ ਵਾਲਾ ਹੈ। ਨਹੀਂ ਤਾਂ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ ਸਾਰੇ ਜਾਣ ਵਾਲੇ ਨੇ। ਹੋਰ ਕੀਤੀ ਆਵੇ ਜਾਏ, ਹੋਰ ਕੀਤੀ ਕਿੰਨੀ ਕੁ ਲੁਕਾਈ ਤੇ ਸ੍ਰਿਸ਼ਟੀ ਜਿਹੜੀ ਹੈ ਆਵੇ, ਜਨਮ ਲੈ ਕੇ ਆ ਰਹੀ ਹੈ ਤੇ ਜਾਏ ਮਰ ਕਰਕੇ ਜਾ ਰਹੀ ਹੈ। ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਧੰਦੈ ਪਾਏ। ਇਹ ਅਕਾਲ ਪੁਰਖ ਪਰਮੇਸ਼ਰ ਜੀਓ ਆਪੇ ਨਿਰਮਲ ਏਕ ਤੂੰ, ਤੂੰ ਇੱਕੋ ਇੱਕ ਉਹ ਵਾਹਿਦ ਹਸਤੀ ਹੈ ਜਿਹੜਾ ਨੇਰ ਰਹਿਤ ਮਾਲ ਮਲ ਤੋਂ ਰਹਿਤ ਹੈ। ਤੈਨੂੰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੈ। ਹੋਰ ਧੰਦੀ ਬੰਦੇ ਪਾਏ, ਤੂੰ ਧੰਦਿਆਂ ਤੋਂ ਰਹਿਤ ਹੈ, ਤੈਨੂੰ ਕੋਈ ਧੰਦਾ ਨਹੀਂ। ਪਰ ਬਾਕੀ ਜਿਹੜੀ ਹੈ ਜਿੰਨੀ ਲੁਕਾਈ ਸ੍ਰਿਸ਼ਟੀ ਸਾਹਿਬ ਦੇ ਧੰਦਿਆਂ ਦੇ ਵਿੱਚ ਬੱਧੀ ਹੋਈ ਹੈ, ਮਹਿੰਗੀ ਧੰਦਿਆਂ ਵਿੱਚ ਗਰਸੀ ਹੈ, ਇਹ ਬੰਧਨ ਪਿਆ ਹੈ। ਗੁਰ ਰਾਖੇ ਸੇ ਉਬਰ ਸਾਚੇ ਸਿਉ ਲਿਵ ਲਾਏ। ਜਿਨ੍ਹਾਂ ਨੂੰ ਗੁਰੂ ਰੱਖ ਲਵੇ ਸੇ ਉਬਰਿਓ ਬਚ ਜਾਂਦੇ ਨੇ, ਔਗਣਾਂ ਤੋਂ ਬਚ ਜਾਂਦੇ, ਵਿਕਾਰਾਂ ਦੀ ਮੈਲ ਤੋਂ ਨਿਰਲੇਪ ਹੋ ਜਾਂਦੇ। ਜਦੋਂ ਸਾਜੇ ਸਿਉ ਲਿਵ ਲਾਏ, ਸੱਚੇ ਵਾਹਿਗੁਰੂ ਦੇ ਨਾਮ ਨਾਲ ਆਪਣੀ ਲਿਵ ਲਾ ਲੈਂਦੇ, ਸੁਰਤ ਜੋੜ ਲੈਂਦੇ ਹਨ। ਹਰ ਜੀਉ ਸ਼ਬਦ ਪਛਾਣੀਐ, ਸਾਚ ਰਤੇ ਗੁਰ ਵਾਕ।
उस हरि जी को साहब कहते शब्द द्वारा भाई पछाण ना करिए, शब्द द्वारा उसकी पछाण होंगी है। पछाणिए का अर्थ है सांझ कायम करिए, जान पछाण करिए। साज रते गुरवाक, जिन्हों उपर गुरु की कृपा हो गई, गुरु के वाक का अर्थ होंदा बचन। गुरवाक चानन सदा निर्मल, गुरु का वाक जिहड़ा है वो चानन देता, जिहड़ा पितरता बख्शिश करता है। साज रते तब जिहड़े सच्चे रंग च प्यार के रंग च रचे गए गुरु के वाक द्वारा वही परमात्मा नूं पछाणदे हैं। तित तन मैल न लगई, सच घर जिस को ताक। तित तन ओ तन ओ शरीर, ओ हिरदा ओ तन मन शरीर नूं मैल न लगी, औगुणां विकारां दी मैल नहीं लगदी। सच घर जिस सच्चे हिरदे घर विच सच्चे परमात्मा का उताक का अर्थ हुंदा ठिकाना, जगह, हाँ। ते ओ ताक, ओ विशेष करके ताक का अर्थ है तक ले। जिस हिरदे घर च मालक मेहर की निगाह नाल तक लवे ना, साहब कहते उत्थे फिर औगुणां दी मैल नहीं लगती। उत्थे अज्ञानता का हनेरा नहीं ठहर सकता। जिस घर च मालक झाती पा लवे, जिस घर च मालक वेख लवे मेहर की निगाह करके, जिस हिरदे घर च मालक अपना आसन बना लवे, उस हिरदे शरीर घर नूं कदी किसी प्रकार की मैल नहीं लगती। नदर करे सच पाई है, बिन नावे क्या साक। नदर ते सारी गल खलोती। साहब कहते जो नदरे मेहर कृपा दृष्टि करता, फिर सच पाइए की दात मिलती, सच नूं प्राप्त होईदा, सच प्राप्त हुंदा है। नहीं तो बिन नावे क्या साग, बिना नाम सिमर बंदगी तो क्या साग की केड़ा कोई साग रिश्तेदार संबंधी सदीवी साथ देता। बिन नावे क्या साग, बिना नाम तो होर काहदा संबंध है भाई। साग का अर्थ संबंध होता है, साग का अर्थ रिश्तेदार भी है। बिना नाम तो भाई तेरा कोई साग संबंधी सहायता करने वाला नहीं। परमात्मा की नज़र द्वारा ही सच परमात्मा प्राप्त होता है। बिना नाम तो होर किसी तरह संबंध नहीं जुड़ सकता। जिनी सच पछाणिया से सुखिए जुग चार। जिन्होंने सज्जे काल पुरख नूं पछाण लिया, जान पछाण कायम करके सांझ पा ली। साहब कहते जुग भावें कोई होवे, भावें सतयुग दे ध्रुव ते प्रहलाद ने पछाण लिया, उन्हां सुख पाया। से सुखिए जुग चार, चौहां जुगां दे विच ही वो सुखी रहिंदे हन। ते गुरु अमरदास पातशाह का बचन है, सुख पाए जुग चार, चौहां जुगां विच सुख पाउंदा। हऊ मैं तृष्णा मार कै, सच रखिया उर तार। उस गुरमुख ने हौमे नूं तृष्णा नूं मार करके ते सच्चे परमात्मा नूं दे नाम नूं हिरदे च धारण करके वसा करके रखिया है। जग मह लाहा एक नाम, पाइए गुर विचार। संसार के अंदर इको ही लाभ लाहा लफा है, वो है नाम नूं जपना। ते नाम जपया जाता गुरु की बख्शी विचार द्वारा। ताइए साहबा क्या है, वार वार साहब कहते प्राणी तू आया लाहा लैन, लगा कित पकड़े सब मुक्ति चली रह। आनंद साहब दे विच जिहड़े नितनेम करदे रोज पढ़दे ने, हर रास मेरी मन नजारा, हर रास मेरी मन नजारा, सतगुर ते राह जानी। हर हर नित जपियो जीहो, लाहा खटियो दिहाड़ी। दिहाड़ी विच कुछ ना कुछ तो लाहा खट लवो। हर हर परमात्मा के नाम नूं निता प्रति जपिया करो। पर बंदा की करदा, साहब कहते लाहे को तुम ढीला ढीला, टोटे को बेग धाया। ससत वखर तो घिनह नाही, पापी बाधारे नाया। सस्ती वस्तु नूं तू नहीं खरीददा, ते पापी तू कर्ज दा बधिया रिन कहंदे ने कर्ज नूं, कर्ज चढ़िया होया है अवगुणां दा गुनाहां दा। सो सतगुरु पातशाह फरमा रहे ने, जग में लाहा एक नाम, एक नाम जपण दा ही भाई लाहा है। ते नाम प्राप्त हुंदा गुरु बख्शी विचार द्वारा। साचो वखर लादिए लाभ सदा सच रास। साचो वखर केड़ा है, वखर का अर्थ हुंदा सौदा। ते गुरु अर्जन देव पातशाह कहते जिस वखर को लैन तो आया, किथों मिलदा राम नाम संतन घर पाया।
ਤੇ ਤਰੀਕਾ ਕਿਹੜਾ ਪ੍ਰਾਪਤ ਕਰਨ ਦਾ? ਤਜ ਅਭਿਮਾਨ ਹੰਕਾਰੀਆਂ ਨੂੰ ਨਹੀਂ ਮਿਲਦਾ। ਤਜ ਅਭਿਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਤ ਸੰਤੈ ਸੰਗਚਾਰ ਅਵਰ ਤਿਆਗ ਵਿਗਿਆ ਜੰਜਾਲ। ਤੇ ਫਿਰ ਕੀ ਪ੍ਰਾਪਤ ਹੁੰਦਾ? ਸਾਹਿਬ ਕਹਿੰਦੇ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ। ਤੇ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਮੈਂ ਰਾਮ ਨਾਮ ਧਨ ਲਾਦਿਆ ਵੇਖ ਲਾਦੀ ਸੰਸਾਰ। ਸੰਸਾਰ ਯਹ ਲੱਦੀ ਜਾ ਰਿਹਾ, ਮੈਂ ਰਾਮ ਨਾਮ ਦਾ ਸੌਦਾ ਲੱਦ ਰਿਹਾ ਹੈ। ਸਾਚੋ ਬਖਰ ਲਾਦੀਏ ਸੱਚੇ ਨਾਮ ਦਾ ਸੌਦਾ ਲੱਦ ਲਈਏ। ਪੁਰਾਣੇ ਸਮੇਂ ਵਿੱਚ ਜਦੋਂ ਸੌਦਾ ਲੱਦਿਆ ਜਾਂਦਾ ਸੀ, ਰੇੜਿਆਂ ਗੱਡਿਆਂ ਤੇ ਲੱਦ ਕਰਕੇ ਖੇਪ ਜਿਹੜੀ ਲੱਦੀ ਜਾਂਦੀ ਸੀ ਉਹਨੂੰ ਜਹਾਜ਼ ਤੇ ਲੱਦ ਦੇ ਸੌਦੇ ਨੂੰ ਖੇਪ ਕਹਿੰਦੇ ਸੀ। ਗੱਡਿਆਂ ਤੇ ਲੱਦੇ ਹੋਏ ਸੌਦੇ ਨੂੰ ਟਾਂਡਾ ਕਿਹਾ ਜਾਂਦਾ ਸੀ। ਤੇ ਮਹਾਂਪੁਰ ਕਹਿੰਦੇ ਨੇ ਕੋ ਮਨ ਯਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਹੈ ਕੋਈ ਰੱਬ ਦਾ ਪਿਆਰਾ, ਮੇਰਾ ਵੀ ਸੌਦਾ ਲੱਦ ਦਵੋ ਗੱਡਿਆਂ ਦੇ ਉੱਪਰ, ਮੈਂ ਵੀ ਤੁਰ ਪਵਾਂ ਪਰ ਮੈਂ ਤਾਂ ਖਲੋਤਾ ਹਾਂ। ਸਾਹਿਬ ਕਹਿੰਦੇ ਸੱਚੇ ਨਾਮ ਦਾ ਸੌਦਾ ਭਾਈ ਲੱਦ ਲਓ, ਲਾਭ ਸਦਾ। ਇਹ ਸੌਦਾ ਸਦਾ ਲਾਭ ਦੇਣ ਵਾਲਾ ਹੈ। ਸੱਚੀ ਰਾਸ, ਰਾਸ ਦਾ ਅਰਥ ਹੈ ਰਾਸ਼ੀ। ਇਹ ਨਫਾ, ਇਹ ਫਾਇਦਾ ਹੈ, ਇਹ ਸੱਚੀ ਰਾਸ਼ੀ ਹੈ। ਸਾਚੀ ਦਰਗਹਿ ਬੈਸਾਈ ਭਗਤ ਸੱਚੀ ਅਰਦਾਸ। ਜਿਨ੍ਹਾਂ ਦੇ ਪੱਲੇ ਸੱਚੀ ਅਰਦਾਸ ਤੇ ਸੱਚੀ ਭਗਤੀ ਇਹਨਾਂ ਸਾਹਿਬ ਦੇ ਸੱਚੀ ਦਰਗਾਹ ਵਿੱਚ ਵੈਸੇ ਬੈਠ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਬੰਦਗੀ ਪਰਮਾਤਮਾ ਦੇ ਅੱਗੇ ਜੋਦੜੀਆਂ, ਇਹ ਦੋ ਤਰੀਕੇ ਹੀ ਹਨ। ਭਗਤੀ ਕਰਕੇ ਫਿਰ ਬੇਨਤੀਆਂ ਕਰਨੀਆਂ, ਮਾਲਕਾ ਤੂੰ ਕਿਰਪਾ ਕਰ, ਮੇਰੀ ਮਿਹਨਤ ਮਸ਼ੱਕਤ ਮਹਾਰਾਜ ਮੈਂ ਦਾਵਾ ਨਹੀਂ ਕਰਦਾ ਕਿ ਬੜੀ ਘਾਲਣਾ ਕੀਤੀ, ਤੂੰ ਕਿਰਪਾ ਕਰੇ ਤੇ ਥਾਏ ਪੈ ਸਕਦੀ ਹੈ। ਸਾਹਿਬ ਕਹਿੰਦੇ ਰੱਬ ਦੇ ਘਰ ਚ ਅਰਦਾਸ ਤੇ ਭਗਤੀ ਤੇ ਬੰਦਗੀ ਪ੍ਰਵਾਨ ਹੁੰਦੀ, ਜਿਸ ਤੱਕੇ ਜੋਰ ਨਾ ਚੱਲਈ ਖਲੇ ਕੀਤੇ ਅਰਦਾਸ। ਸਾਚੀ ਦਰਗਹਿ ਬੈਸੀ, ਉਹ ਸੱਚੀ ਦਰਗਾਹ ਵਿੱਚ ਥਾਂ ਪ੍ਰਾਪਤ ਕਰ ਲੈਂਦੇ। ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਉ। ਪਤ ਸਿਉ ਲੇਖਾ ਨਿਬੜ ਨਾਮ ਨਾਮ ਪਰਗਾਸ। ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦਾ ਲੇਖਾ ਹੀ ਪਤ ਨਾਲ ਨਿਬੜ ਜਾਂਦਾ, ਨਹੀਂ ਤਾਂ ਪਾਪ ਕਰੇਂਦਰ ਸਰ ਪਰ ਮੁੱਠੇ ਅਜਰਾਈਲ ਪੜੇ ਪੜ ਕੁੱਠੇ। ਦੋਜਗ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆਂ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਪਕੜੇ ਕੋਈ, ਕਿਸੇ ਬਾਹ ਨਹੀਂ ਜੇ ਫੜਨੀ। ਪਦ ਸਿਉ ਲੇਖਾ ਨਿਬੜੈ, ਉਹਨਾਂ ਦਾ ਲੇਖਾ ਜਿਤ ਪਦ ਨਾਲ ਨਿਬੜ ਜਾਂਦਾ ਹੈ। ਤੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨਾ, ਸਾਹਿਬ ਕਹਿੰਦੇ ਤਿੰਨ ਕਾ ਲੇਖਾ ਨਿਬੜਿਆ, ਉਹਨਾਂ ਦਾ ਲੇਖਾ ਨਿਬੜ ਗਿਆ। ਧਰਮ ਰਾਏ ਦਾ ਕਾਗਜ਼ ਫਾਰਿਜ ਨਾਨਕ ਲੇਖਾ ਸਮਝਾ। ਰਾਮ ਨਾਮ ਦਾ ਪ੍ਰਗਾਸ ਜਿਨ੍ਹਾਂ ਦੇ ਹਿਰਦੇ 'ਚ ਹੋ ਗਿਆ, ਉਹਨਾਂ ਦਾ ਲੇਖਾ ਹਿਸਾਬ ਕਿਤਾਬ ਮਾਲਕ ਦੇ ਘਰੋਂ ਬੜੀ ਇੱਜ਼ਤ ਪੱਤ ਨਾਲ ਨਿਬੇੜਾ ਹੋ ਜਾਂਦਾ, ਸਾਫ਼ ਹੋ ਜਾਂਦਾ। ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ। ਉੱਚਾ ਉੱਚਾ ਤਾਂ ਭਾਈ ਸਾਰੇ ਕਹਿੰਦੇ ਨੇ, ਪਰ ਕਿਸੇ ਤਰੀਕੇ ਨਾਲ ਕਹਿ ਨਾਲ ਨਹੀਂ ਉਹ ਵੇਖਿਆ ਜਾ ਸਕਦਾ। ਸੁਰ ਵੱਡਾ ਆਖੇ ਸਭ ਕੋਈ ਆਖੀ ਤਾਂ ਜਾਂਦੇ ਨੇ। ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ। ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ, ਫਿਰ ਜੈ ਦੇਖਾਂ ਜੈ ਜੈ ਵੇਖੋ ਤਹਿ ਹਜੂਰ ਦੂਰ ਕਤੋ ਨਾ ਜਾਈ। ਰਬ ਰਹਾ ਸਰਬੱਤਰ ਮੈਂ ਮਨ ਸਦਾ ਤੇਰਾ। ਜੈ ਦੇਖਾ ਤਾਂ ਇੱਕ ਤੂੰ ਇੱਕੋ ਹੀ ਸਾਰੇ ਥਾਵਾਂ ਤੇ ਦਿਸਦਾ, ਮੈਂ ਜਿੱਥੇ ਵੀ ਵੇਖਦਾ ਹਾਂ। ਸਤਿਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ। ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਅੰਤਰੀ ਪੰਕਤੀ ਸਾਹਿਬ ਕਹਿ ਰਹੇ ਨੇ, ਉਹਦੀ ਤਾਂ ਜੋਤ ਨਿਰੰਤਰ ਹੀ ਸਾਰੇ ਥਾਵਾਂ ਤੇ ਜਗਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਸਾਰੇ ਵਿੱਚ ਉਹਦੀ ਚੇਤਨ ਸੱਤਾ ਰੂਪੀ ਜੋਤ ਹੈ। ਉਸ ਜੋਤ ਨੂੰ ਫਿਰ ਸਾਹਿਬ ਕਹਿੰਦੇ ਨਿਰੰਤਰ ਜਾਣੀ, ਇੱਕ ਰਸ ਲਗਾਤਾਰ ਜਾਣ ਪਛਾਣ ਲਈਦਾ ਹੈ। ਨਾਨਕ ਸਹਿਜ ਸੁਭਾਅ, ਸਹਿਜ ਸੁਭਾਅ ਹੀ ਗੁਰੂ ਦੀ ਕਿਰਪਾ ਦੁਆਰਾ। ਬਹੁਤੀ ਵੱਡੀ ਘਾਲਣਾ ਦੀ ਵੀ ਲੋੜ ਨਹੀਂ ਪੈਂਦੀ। ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਸ ਨੂੰ ਸਹਿਜ ਆਤਮਿਕ ਅਡੋਲਤਾ ਦੀ ਅਵਸਥਾ ਦੀ ਸੋ ਭਾਏ ਸ੍ਰੇਸ਼ਟ ਭਾਏ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ। ਇਸ ਦੀ ਬਦੌਲਤ ਹੀ ਫਿਰ ਜੋਤ ਨਿਰੰਤਰ ਜਾਣੀਏ। ਉਪਜਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ। ਉਹ ਜੋਤ ਸਾਹਿਬ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਨਿਰੰਤਰ ਇੱਕ ਰਾਸ ਹਿਰਦੇ ਆਪ ਵਿੱਚ ਜਗਦੀ, ਪ੍ਰਜੋਤ ਹੁੰਦੀ, ਦਿਸ ਪੈਂਦੀ, ਜਾਣ ਲੈਂਦੀ ਹੈ, ਪਛਾਣ ਲੈਂਦੀ ਹੈ।
ਉਸ ਮਾਲਕ ਦੀ ਉਸ ਰੂਹਾਨੀ ਜੋਤ ਨਾਲ ਸਦੀਵੀ ਸਾਂਝ ਪੈ ਜਾਂਦੀ ਹੈ। ਇਹ ਪਾਵਨ ਉਪਦੇਸ਼ ਸਾਹਿਬਾਂ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ। ਜਹ ਦੇਖਾ ਤਹ ਏਕ ਤੂੰ ਸਤਿਗੁਰ ਦਿਆ ਦਿਖਾਏ। ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਸਜੀਆਂ ਰਾਧਾਈਆਂ। ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾਉਣ ਆਈਆਂ। ਸਭ ਤੋਂ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ।